ਸਟਾਰਟਿੰਗ 'ਚ ਅਸੀਂ ਕੀ ਕਰਦੇ ਹਾਂ ਕਿ ਕਿਸੇ ਨੂੰ ਹਲਕਾ ਫੁਲਕਾ ਕੋਈ ਰੀਕਰੈਂਟ ਖਾਂਸੀ ਵਾਰ-ਵਾਰ ਲੰਬੇ ਟਾਈਮ ਲਈ ਹੋ ਰਹੀ ਹੈ, ਅਸੀਂ ਉਹਨੂੰ ਇਗਨੋਰ ਕਰ ਦਿੰਦੇ ਹਾਂ, ਜਾਂ ਕਿਸੇ ਨੂੰ ਕੋਈ ਮੂੰਹ ਦੇ ਵਿੱਚ ਛਾਲਾ ਹੈ ਜਿਹੜਾ ਕਿ ਕਾਫੀ ਟਾਈਮ ਤੋਂ ਰਿਕਵਰ ਨਹੀਂ ਹੋ ਪਾ ਰਿਹਾ, ਹੀਲ ਨਹੀਂ ਹੋ ਪਾ ਰਿਹਾ। अर्ਲੀ ਸਾਈਨ ਐਂਡ ਸਿੰਪਟਮ ਬੇਸਿਕਲੀ ਡਿਪੈਂਡ ਕਰਦਾ ਹੈ ਕਿ ਕਿਸ ਸਿਸਟਮ ਦਾ ਕੈਂਸਰ ਹੈ। ਅਗਰ ਅਸੀਂ ਗੱਲ ਕਰੀਏ ਓਰਲ ਕੈਂਸਰ ਦੀ, ਤਾਂ ਇੱਕ ਛਾਲਾ ਜਿਹੜਾ ਕਿ ਪਿਛਲੇ 3 ਹਫ਼ਤੇ ਤੋਂ 4 ਹਫ਼ਤੇ ਤੋਂ ਠੀਕ ਨਹੀਂ ਹੋ ਰਿਹਾ, ਹੀਲ ਨਹੀਂ ਹੋ ਪਾ ਰਿਹਾ। ਡਿਪੈਂਡ ਕਰਦਾ ਹੈ ਕਿ ਕਿਸ ਸਿਸਟਮ ਦਾ ਕੈਂਸਰ ਹੈ, ਤਾਂ ਉਹਦੇ ਅਲੱਗ-ਅਲੱਗ ਸਾਈਨ ਐਂਡ ਸਿੰਪਟਮ ਹੋ ਸਕਦੇ ਹੈ। ਅਗਰ ਇਹਦੀ ਮੈਂ ਬੈਸਟ ਐਗਜ਼ਾਮਪਲ ਦੇਵਾਂ ਕਿ ਜਿਸ ਤਰ੍ਹਾਂ ਇੱਕ ਪੇੜ ਅਗਰ ਸਾਡੇ ਘਰ ਦੇ ਬਾਹਰ ਲੱਗਿਆ, ਅਸੀਂ ਉਹਨੂੰ ਕੱਟਾਂਗੇ ਤਾਂ ਉਹਦੀਆਂ ਜੜ੍ਹਾਂ ਅਗਰ ਵਿੱਚ ਰਹਿ ਜਾਣਗੀਆਂ ਤਾਂ ਉਹ ਦੁਬਾਰਾ ਰੀਗਰੋ ਕਰ ਦੇਗਾ। ਸੇਮ ਹੈਪਨਸ ਵਿਦ ਦ ਕੈਂਸਰ। ਸਰ ਇੰਨੇ ਮਤਲਬ ਸਾਈਡ ਇਫੈਕਟ ਦੇ ਬਾਵਜੂਦ ਵੀ ਲੋਕ ਜਿਹੜਾ ਫਿਰ ਐਲੋਪੈਥੀ ਦੇ ਵੱਲ ਹੀ ਕਿਉਂ ਜਾਂਦੇ ਨੇ? ਪਹਿਲਾ ਮੋਡ ਆਫ ਟ੍ਰੀਟਮੈਂਟ ਉਹ ਐਲੋਪੈਥੀ ਨੂੰ ਕਿਉਂ ਚੂਜ਼ ਕਰਦੇ ਨੇ? ਉਸ ਕੇਸ ਦੇ ਵਿੱਚ ਬੋਡੀ ਦੇ ਆਪਣੇ ਸੈਲਸ ਫਾਈਟ ਕਰਦੇ ਕੈਂਸਰ ਨੂੰ, ਐਂਡ ਦੈਟ ਇਜ਼ ਅ ਟ੍ਰੀਟਮੈਂਟ ਵਿਚ ਹੈਜ਼ ਨੋ ਸਾਈਡ ਇਫੈਕਟਸ, ਪਲੱਸ ਚਾਂਸਿਸ ਆਫ ਰੀਅਕਰੈਂਸ ਔਰ ਰਿਲੈਪਸ ਆਰ ਆਲਮੋਸਟ ਨੈਗਲੀਜੀਬਲ। ਸਾਰੇ ਕੈਂਸਰ ਜੈਨੇਟਿਕ ਨਹੀਂ ਹੁੰਦੇ, ਬਟ ਕਾਫੀ ਕੈਂਸਰ ਜਿਹੜੇ ਜੈਨੇਟਿਕ ਨੇ, ਅਰਾਊਂਡ 20 to 30% ਆਰ ਜੈਨੇਟਿਕ, ਜਿਹੜੇ ਇੱਕ ਫੈਮਿਲੀ ਦੀ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਤੱਕ ਟ੍ਰਾਂਸਮਿਟ ਹੁੰਦੇ। ਫਸਟ ਕੁਐਸਚਨ ਦੈਟ ਕਮਸ ਟੂ ਅ ਮਾਈਂਡ ਆਫ ਅ ਪੇਸ਼ੈਂਟ ਕਿ ਮੈਨੂੰ ਕੈਂਸਰ ਕਿਉਂ ਹੋਇਆ। ਭਾਰਤ ਦੇ ਵਿੱਚ ਹਰ ਸਾਲ 7.25 ਲੱਖ ਦੇ ਕਰੀਬ ਲੋਕ ਕੈਂਸਰ ਦੇ ਨਾਲ ਆਪਣੀ ਜਾਨ ਗਵਾ ਰਹੇ ਨੇ, ਜੋ ਕਿ ਰਾਸ਼ਟਰੀ ਕੈਂਸਰ ਰਜਿਸਟਰੀ ਪ੍ਰੋਗਰਾਮ ਦੀ 2018 ਕੈਂਸਰ ਮੌਤ ਰਜਿਸਟਰੀ ਦੇ ਅਨੁਸਾਰ ਹਰ ਦਿਨ 1700 ਮੌਤਾਂ ਜਾਂ ਹਰ ਮਿੰਟ ਦੀ ਗੱਲ ਕੀਤੀ ਜਾਵੇ ਤਾਂ ਇੱਕ ਮੌਤ ਹੈ। ਭਾਰਤ ਦੇ ਵਿੱਚ ਕੈਂਸਰ ਦੀ ਬਿਮਾਰੀ ਦੇ ਨਾਲ ਜੀ ਰਹੇ ਲੋਕਾਂ ਦੀ ਅਮੂਮਨ ਸੰਖਿਆ ਲਗਭਗ 2.5 ਮਿਲੀਅਨ ਹੈ। ਜੀ ਹਾਂ, ਭਾਰਤ ਦੇ ਵਿੱਚ ਹਰ 8 ਮਿੰਟ ਦੇ ਵਿੱਚ ਸਰਵਾਈਕਲ ਕੈਂਸਰ ਦੇ ਨਾਲ ਇੱਕ ਔਰਤ ਦੀ ਮੌਤ ਹੋ ਰਹੀ ਹੈ, ਅਤੇ ਭਾਰਤ ਦੇ ਵਿੱਚ ਛਾਤੀ ਦੇ ਕੈਂਸਰ ਤੋਂ ਪੀੜਿਤ ਹਰ 2 ਔਰਤਾਂ ਪਿੱਛੇ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ। ਗੱਲ ਕੀਤੀ ਜਾਵੇ 5 ਦਰਿਆਵਾਂ ਦੀ ਧਰਤੀ ਅਤੇ ਗ੍ਰੀਨ ਰੈਵੋਲਿਊਸ਼ਨ ਦੇ ਕੇਂਦਰ ਦੇ ਵਜੋਂ ਜਾਣਿਆ ਜਾਣ ਵਾਲਾ ਭਾਰਤ ਦਾ ਪੰਜਾਬ ਹੁਣ ਭਾਰਤ ਦੇ ਵਿੱਚ ਕੈਂਸਰ ਦਾ ਇੱਕ ਹੌਟ ਸਪੌਟ ਬਣਦਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਹਰ 1 ਲੱਖ ਆਬਾਦੀ ਪਿੱਛੇ ਘੱਟੋ-ਘੱਟ 90 ਕੈਂਸਰ ਦੇ ਮਰੀਜ਼ ਨੇ। ਮਾਲਵਾ ਬੈਲਟ ਜੋ ਪਹਿਲਾਂ ਹੀ ਇੱਕ ਕੈਂਸਰ ਬੈਲਟ ਦੇ ਵਜੋਂ ਜਾਣਿਆ ਜਾਂਦਾ ਹੈ, ਇੱਥੇ ਕੈਂਸਰ ਦੇ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ। 1 ਲੱਖ ਆਬਾਦੀ ਵਿੱਚੋਂ 107 ਲੋਕ। ਅੱਜ ਅਸੀਂ ਕੈਂਸਰ ਬਾਰੇ ਗੱਲ ਕਰਾਂਗੇ, ਇੱਕ ਭਿਆਨਕ ਬਿਮਾਰੀ ਜੋ ਕਿ ਰੋਜ਼ਾਨਾ ਹੀ ਹਜ਼ਾਰਾਂ ਮਰੀਜ਼ਾਂ ਦੀ ਜਾਨ ਲੈ ਰਹੀ ਹੈ। ਜੀ ਹਾਂ, ਇਸ ਦੇ ਕੀ ਕਾਰਨ ਨੇ, ਕੀ ਸ਼ੁਰੂਆਤੀ ਲੱਛਣ ਨੇ, ਕੀ ਨਿਦਾਨ ਨੇ, ਕੀ ਇਲਾਜ ਨੇ? ਕੈਂਸਰ ਦੇ ਬਹੁਤ ਸਾਰੇ ਆਧੁਨਿਕ ਇਲਾਜਾਂ ਤੋਂ ਬਾਅਦ ਵੀ ਕੈਂਸਰ ਦੇ ਨਾਲ ਮੌਤ ਦਾ ਦਰ ਇੰਨਾ ਜ਼ਿਆਦਾ ਕਿਉਂ ਹੈ? ਹੋਮਿਓਪੈਥੀ ਦੀ ਗੱਲ ਕੀਤੀ ਜਾਵੇ, ਇਮਿਊਨੋਥੈਰੇਪੀ ਦੀ ਗੱਲ ਕੀਤੀ ਜਾਵੇ, ਇਸ ਦੇ ਵਿੱਚ ਕੈਂਸਰ ਦਵਾਈ ਦੇ ਰੂਪ ਦੇ ਵਿੱਚ ਮਰੀਜ਼ਾਂ ਦੇ ਕੋਲ ਜਿਹੜੇ ਇਲਾਜ ਦੇ ਵਿਕਲਪ ਨੇ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਡਾਕਟਰ MS ਬਿੰਦਰਾ ਸੁਪਰ ਸਪੈਸ਼ਲਿਟੀ ਹੋਮਿਓਪੈਥਿਕ ਕਲੀਨਿਕ ਅਤੇ ਕੈਂਸਰ ਕੇਅਰ ਸੈਂਟਰ ਵਿਖੇ ਮੈਡੀਕਲ ਡਾਇਰੈਕਟਰ ਅਤੇ ਸੀਨੀਅਰ ਸਲਾਹਕਾਰ ਹਨ। ਜੀ ਹਾਂ, ਪੰਜਾਬ ਦੇ ਵਿੱਚ ਇੱਕੋ ਇੱਕ ਨਵੇਕਲਾ ਕਲੀਨਿਕ ਹੈ ਜੋ ਕਿ ਕੈਂਸਰ ਦੇ ਮਰੀਜ਼ਾਂ ਦਾ ਹੋਮਿਓਪੈਥੀ ਅਤੇ ਇਮਿਊਨੋਥੈਰੇਪੀ ਦੇ ਨਾਲ 2010 ਤੋਂ 24 ਤੋਂ ਵੀ ਵੱਧ ਦੇਸ਼ਾਂ ਦੇ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਰ ਦਾ। ਸਰ, ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਰ, ਕੈਂਸਰ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ, ਤਾਂ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਕੈਂਸਰ ਜਿਹੜਾ ਕਿ ਲਾਸਟ ਸਟੇਜ ਤੇ ਜਾ ਕੇ ਡਾਇਗਨੋਸ ਕਿਉਂ ਹੁੰਦਾ ਹੈ? ਕੈਂਸਰ ਬੇਸਿਕਲੀ ਲਾਸਟ ਸਟੇਜ ਤੇ ਡਾਇਗਨੋਸਿਸ ਕਰਕੇ ਹੁੰਦਾ ਕਿ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਪੇਸ਼ੈਂਟ ਸਟਾਰਟਿੰਗ ਦੇ ਵਿੱਚ ਜਿਹੜੇ ਸਿੰਪਟਮਸ ਹੈ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ। ਕੁਝ ਸਾਈਨ ਐਂਡ ਸਿੰਪਟਮ ਜਿਹੜੇ ਇਨੀਸ਼ੀਅਲੀ ਆਉਂਦੇ ਆ, ਸਟਾਰਟਿੰਗ 'ਚ ਅਸੀਂ ਕੀ ਕਰਦੇ ਹਾਂ ਕਿ ਕਿਸੇ ਨੂੰ ਹਲਕਾ ਫੁਲਕਾ ਕੋਈ ਰੀਕਰੈਂਟ ਖਾਂਸੀ ਵਾਰ-ਵਾਰ ਲੰਬੇ ਟਾਈਮ ਲਈ ਹੋ ਰਹੀ ਹੈ, ਅਸੀਂ ਉਹਨੂੰ ਇਗਨੋਰ ਕਰ ਦਿੰਦੇ ਹਾਂ, ਜਾਂ ਕਿਸੇ ਨੂੰ ਕੋਈ ਮੂੰਹ ਦੇ ਵਿੱਚ ਛਾਲਾ ਹੈ ਜਿਹੜਾ ਕਿ ਕਾਫੀ ਟਾਈਮ ਤੋਂ ਰਿਕਵਰ ਨਹੀਂ ਹੋ ਪਾ ਰਿਹਾ, ਹੀਲ ਨਹੀਂ ਹੋ ਪਾ ਰਿਹਾ। ਤਾਂ ਉਹਨਾਂ ਕੇਸਿਸ ਕੀ ਹੁੰਦਾ ਕਿ ਸਾਨੂੰ ਇਨੀਸ਼ੀਅਲੀ ਸਟਾਰਟਿੰਗ ਦੇ ਵਿੱਚ ਹੀ ਕਿਸੇ ਡਾਕਟਰ ਨੂੰ ਕੰਸਲਟ ਕਰਕੇ ਉਹਦਾ ਇਲਾਜ ਕਰਵਾਉਣਾ ਚਾਹੀਦਾ, ਰਾਦਰ ਦੈਨ ਟੇਕਿੰਗ ਹੋਮ ਰੈਮੀਡੀਜ਼। ਅਸੀਂ ਸ਼ੁਰੂ ਕਰਦੇ ਹਾਂ ਪਹਿਲਾਂ ਘਰ ਦੇ ਇਲਾਜ ਤੋਂ, ਫਿਰ ਅਸੀਂ ਕਿਸੇ ਕੈਮਿਸਟ ਤੋਂ ਮੈਡੀਸਨ ਲੈ ਕੇ ਖਾਂਦੇ ਹਾਂ, ਦੈਨ ਵੀ ਗੋ ਟੂ ਅ ਡਾਕਟਰ। ਉਦੋਂ ਤੱਕ ਦੇਰ ਕਾਫੀ ਹੋ ਚੁੱਕੀ ਹੁੰਦੀ ਹੈ। ਤਾਂ ਹਮੇਸ਼ਾ ਕੋਸ਼ਿਸ਼ ਇਹ ਕਰੋ ਕਿ ਕੁਝ ਵੀ ਦਿੱਕਤ ਤੁਹਾਨੂੰ ਬੋਡੀ ਦੇ ਵਿੱਚ ਕੋਈ ਹਲਚਲ ਨਜ਼ਰ ਆ ਰਹੀ ਹੈ, ਕੋਈ ਸਾਈਨ ਐਂਡ ਸਿੰਪਟਮਸ ਕਿਸੇ ਵੀ ਸਿਸਟਮ ਦੇ ਰਿਲੇਟਡ ਆ ਰਹੇ, ਤਾਂ ਉਹਦੇ ਇਨੀਸ਼ੀਅਲੀ ਡਾਕਟਰ ਦਾ ਚੈੱਕਅਪ ਕਰਵਾਓ, ਇਵੈਲੂਏਟ ਕਰਵਾਓ, ਤਾਂ ਕਿ ਇਨੀਸ਼ੀਅਲ ਅਗਰ ਉਹ ਫਾਈਂਡਿੰਗ ਅਗਰ ਆਪਾਂ ਪਕੜ ਦੇ ਵਿੱਚ ਲੈ ਆਉਂਦੇ ਹਾਂ ਤਾਂ ਉਹਨੂੰ ਅਰਲੀ ਸਟੇਜ ਦੇ ਵਿੱਚ ਵੀ ਡਾਇਗਨੋਸ ਕੀਤਾ ਜਾ ਸਕਦਾ ਹੈ। ਸਰ, ਤੁਸੀਂ ਗੱਲ ਕੀਤੀ ਹੈ ਕਿ ਇਨੀਸ਼ੀਅਲ ਜੋ ਵੀ ਹੈ ਸਿੰਪਟਮਸ ਕਿਹੜੇ-ਕਿਹੜੇ ਅਰਲੀ ਸਾਈਨਸ ਹੁੰਦੇ ਨੇ? ਅਰਲੀ ਸਾਈਨ ਐਂਡ ਸਿੰਪਟਮ ਬੇਸਿਕਲੀ ਡਿਪੈਂਡ ਕਰਦਾ ਹੈ ਕਿ ਕਿਸ ਸਿਸਟਮ ਦਾ ਕੈਂਸਰ ਹੈ। ਅਗਰ ਅਸੀਂ ਗੱਲ ਕਰੀਏ ਓਰਲ ਕੈਂਸਰ ਦੀ, ਤਾਂ ਇੱਕ ਛਾਲਾ ਜਿਹੜਾ ਕਿ ਪਿਛਲੇ 3 ਹਫ਼ਤੇ ਤੋਂ 4 ਹਫ਼ਤੇ ਤੋਂ ਠੀਕ ਨਹੀਂ ਹੋ ਰਿਹਾ, ਹੀਲ ਨਹੀਂ ਹੋ ਪਾ ਰਿਹਾ, ਤਾਂ ਉਹ ਇੱਕ ਸਾਈਨ ਹੋ ਸਕਦਾ ਹੈ ਕਿ ਉਹ ਕੈਂਸਰ ਹੋ ਸਕਦਾ, ਮੂੰਹ ਦਾ ਕੈਂਸਰ ਹੋ ਸਕਦਾ ਹੈ। ਉਸ ਤੋਂ ਇਲਾਵਾ ਅਗਰ ਕਿਸੇ ਨੂੰ ਰੀਕਰੈਂਟ ਕੋਈ ਡਾਇਰੀਆ ਜਾਂ ਕੌਨਸਟੀਪੇਸ਼ਨ ਆਲਟਰਨੇਟ ਹੋ ਕੇ ਹੋ ਰਿਹਾ, ਉਹ ਇੱਕ ਸਾਈਨ ਹੋ ਸਕਦਾ ਹੈ ਕਿ ਇੰਟੈਸਟਾਈਨ ਦਾ ਕੈਂਸਰ ਦੇ ਕੋਈ ਇਨੀਸ਼ੀਅਲ ਚੇਂਜਸ ਆ ਰਹੀਆਂ ਉਹਦੇ ਵਿੱਚ। ਜਾਂ ਕਿਸੇ ਅਗਰ ਅਸੀਂ ਪੋਸਟ ਮੀਨੋਪੌਜ਼ਲ ਲੇਡੀਜ਼ ਦੇ ਵਿੱਚ ਗੱਲ ਕਰਦੇ ਹਾਂ ਕਿ ਮੈਂਸਿਸ ਬੰਦ ਹੋਣ ਤੋਂ ਬਾਅਦ ਅਗਰ ਕਿਸੇ ਨੂੰ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਤਾਂ ਦੈਟ ਕੈਨ ਬੀ ਅ ਸਾਈਨ ਆਫ ਯੂਟਰਾਈਨ ਕੈਂਸਰ ਜਾਂ ਸਰਵਾਈਕਲ ਕੈਂਸਰ। ਤਾਂ ਡਿਪੈਂਡ ਕਰਦਾ ਹੈ ਕਿ ਕਿਸ ਸਿਸਟਮ ਦਾ ਕੈਂਸਰ ਹੈ, ਤਾਂ ਉਹਦੇ ਅਲੱਗ-ਅਲੱਗ ਸਾਈਨ ਐਂਡ ਸਿੰਪਟਮ ਹੋ ਸਕਦੇ ਆ। ਜਾਂ ਜਿਸ ਤਰ੍ਹਾਂ ਅਸੀਂ ਬਲੱਡ ਕੈਂਸਰ ਦੀ ਗੱਲ ਕਰਦੇ ਹਾਂ, ਤਾਂ ਉਹਦੇ 'ਚ ਕਿਸੇ ਦਾ ਪੇਸ਼ੈਂਟ ਦਾ ਹੀਮੋਗਲੋਬਿਨ ਬਹੁਤ ਵਾਰ-ਵਾਰ ਘਟਦਾ ਪਿਆ, ਜਾਂ ਕਿਸੇ ਦੇ ਪਲੇਟਲੈਟਸ ਬਹੁਤ ਜ਼ਿਆਦਾ ਆ ਰਹੇ ਹੈ,
ਤਾਂ ਡਿਫਰੈਂਟ ਸਿੰਪਟਮਸ ਹੈ ਉਹਨਾਂ ਨੂੰ ਇਨੀਸ਼ੀਅਲੀ ਡਾਇਗਨੋਸ ਕਰਵਾ ਕੇ ਪ੍ਰੋਪਰ ਡਾਕਟਰ ਤੋਂ ਚੈੱਕਅਪ ਕਰਵਾ ਕੇ ਇਵੈਲੂਏਟ ਕਰਵਾ ਕੇ ਫਿਰ ਇਲਾਜ ਸ਼ੁਰੂ ਕਰਨਾ ਚਾਹੀਦਾ ਸੀ। ਐਂਡ ਡਾਕਟਰ ਸਰ, ਅਗਰ ਆਪਾਂ ਗੱਲ ਕਰੀਏ ਕਿ ਇੱਕ ਪੇਸ਼ੈਂਟ ਆਪਣਾ ਇਲਾਜ ਕਰਾਉਂਦਾ, ਡਾਇਗਨੋਸ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਅਰਲੀ ਸਾਇੰਸ ਵੀ ਪਕੜ ਲੈਣੇ, ਡਾਇਗਨੋਸ ਵੀ ਹੋ ਗਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਬੇਸਿਕਲੀ ਜੇ ਅਗਰ ਇਹਦੇ 'ਚ ਅਸੀਂ ਗੱਲ ਕਰੀਏ ਕਿ ਜਦੋਂ ਕੈਂਸਰ ਦੀ ਬਿਮਾਰੀ ਦਾ ਨਾਮ ਹੀ ਇਸ ਤਰ੍ਹਾਂ ਦਾ ਕਿ ਬਿਕੋਜ਼ ਇਟ ਇਜ਼ ਜਸਟ ਲਾਈਕ ਅ ਡੈਥ ਵਾਰੰਟ, ਕਿਸੇ ਨੂੰ ਕੈਂਸਰ ਹੁੰਦਾ ਤਾਂ ਇਹ ਲੱਗਦਾ ਕਿ ਸ਼ਾਇਦ ਮੇਰੀ ਮੌਤ ਦੇ ਵਾਰੰਟ ਆ ਗਏ। ਸਭ ਤੋਂ ਪਹਿਲਾਂ ਡਰ ਜਿਹੜਾ ਆਪਣੀ ਲਾਈਫ 'ਚੋਂ ਹਟਾਉਣਾ ਪਏਗਾ ਸਾਨੂੰ, ਕਿਉਂਕਿ ਇੱਕ ਟਾਈਮ ਹੁੰਦਾ ਸੀ ਕਿ ਕੈਂਸਰ ਇੱਕ ਲਾਇਲਾਜ ਬਿਮਾਰੀ ਸੀ, ਬਟ ਅੱਜ ਦੀ ਕੰਡੀਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੰਨਾ ਜਲਦੀ ਪੇਸ਼ੈਂਟ ਬਿਮਾਰੀ ਨੂੰ ਪਕੜ ਵਿੱਚ ਲੈ ਆਉਂਦਾ ਉਨੇ ਹੀ ਉਹਦੇ ਠੀਕ ਹੋਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ। ਸੈਕੰਡਲੀ, ਜਦੋਂ ਕਿਸੇ ਨੂੰ ਕੈਂਸਰ ਦਾ ਅਗਰ ਡਾਇਗਨੋਸ ਹੋ ਜਾਂਦਾ, ਪਤਾ ਲੱਗ ਚੁੱਕਾ, ਰਿਪੋਰਟਸ ਦੇ ਵਿੱਚ ਆ ਗਿਆ ਕਿ ਦਿਸ ਇਜ਼ ਅ ਪੇਸ਼ੈਂਟ ਆਫ ਕੈਂਸਰ, ਡਰ ਦੂਰ ਕਰਕੇ ਇੱਕ ਪੀਸ ਆਫ ਮਾਈਂਡ ਦੇ ਨਾਲ, ਇੱਕ ਬਿਲਕੁਲ ਪੇਸ਼ੈਂਸ ਦੇ ਨਾਲ ਆਪਾਂ ਨੂੰ ਟ੍ਰੀਟਮੈਂਟ ਪਲਾਨ ਕਰਨਾ ਚਾਹੀਦਾ ਰਾਦਰ ਦੈਨ ਕਿ ਜਲਦਬਾਜ਼ੀ ਦੇ ਵਿੱਚ ਕੋਈ ਟ੍ਰੀਟਮੈਂਟ ਸ਼ੁਰੂ ਕਰਨ ਤੋਂ। ਕਿਉਂਕਿ ਅਸੀਂ ਕਈ ਵਾਰੀ ਕੀ ਦੇਖਦੇ ਹਾਂ ਕਿ ਪੇਸ਼ੈਂਟ ਅਗਰ ਕਿਸੇ ਨੂੰ ਕੈਂਸਰ ਹੋਇਆ ਤਾਂ ਹਸਪੀਟਲ ਗਿਆ, ਕਿਸੇ ਡਾਕਟਰ ਕੋਲ ਗਿਆ, ਉਹ ਕਹਿੰਦੇ ਕਿ ਜੀ ਅੱਜ ਹੀ ਟ੍ਰੀਟਮੈਂਟ ਸ਼ੁਰੂ ਕਰੋ। ਇੱਕ ਛੋਟਾ ਜਿਹਾ ਕੁਐਸਚਨ ਮੇਰਾ ਹੁੰਦਾ ਕਿ ਜਿਹੜਾ ਕੈਂਸਰ ਕਈ ਹਫ਼ਤਿਆਂ ਤੋਂ ਜਾਂ ਕਈ ਮਹੀਨਿਆਂ ਦੇ ਵਿੱਚ ਜਿਹਨੂੰ ਬਣਨ ਦੇ ਵਿੱਚ ਲੱਗ ਗਿਆ, ਤੁਹਾਨੂੰ ਇੱਕ ਦਿਨ ਦੇ ਵਿੱਚ ਜਾਂ 2-4-5 ਦਿਨ ਦੇ ਵਿੱਚ ਅਗਰ ਅਸੀਂ ਇਲਾਜ ਨਹੀਂ ਸ਼ੁਰੂ ਕਰਾਂਗੇ ਤਾਂ ਕੀ ਹੋ ਜਾਏਗਾ? ਤਾਂ ਪੇਸ਼ੈਂਸ ਦੇ ਨਾਲ ਰਾਈਟ ਚੋਇਸ ਆਫ ਟ੍ਰੀਟਮੈਂਟ ਸ਼ੁੱਡ ਬੀ ਡਨ, ਪਲੱਸ ਇੱਕ ਅਗਲਾ ਫਰੇਮਵਰਕ ਪਲਾਨ ਹੋਣਾ ਚਾਹੀਦਾ ਕਿ ਅਗਲੇ 6 ਮਹੀਨੇ, ਕਿਉਂਕਿ ਕੈਂਸਰ ਦਾ ਇਲਾਜ ਇਹ ਨਹੀਂ ਹੈਗਾ ਕਿ ਤੁਸੀਂ ਅੱਜ ਦਵਾਈ ਖਾਧੀ ਸਵੇਰੇ ਠੀਕ ਹੋ ਜਾਓਗੇ, ਉਹਨੂੰ ਘੱਟੋ ਘੱਟ 6 ਮਹੀਨੇ, ਸਾਲ, ਈਵਨ 2 ਸਾਲ ਤੱਕ ਦਾ ਵੀ ਟਾਈਮ ਲੱਗਦਾ ਹੈ ਪੇਸ਼ੈਂਟ ਨੂੰ ਇਲਾਜ ਦੇ ਲਈ। ਤਾਂ ਉਹਨਾਂ ਕੇਸਿਸ ਦੇ ਵਿੱਚ ਸਾਨੂੰ ਪਹਿਲਾਂ ਇੱਕ ਪ੍ਰੋਪਰ ਵਰਕਅਪ ਫਰੇਮਵਰਕ ਬਣਾ ਕੇ ਉਸ ਅਕੋਰਡਿੰਗਲੀ ਅੱਗੇ ਸਟੈਪ ਲੈਣਾ ਚਾਹੀਦਾ, ਬਿਕੋਜ਼ ਜਦੋਂ ਇੱਕ ਵਾਰੀ ਤੁਸੀਂ ਨਿਕਲ ਜਾਂਦੇ ਹੋ ਤਾਂ ਫਿਰ ਤੁਸੀਂ ਸਟੈਪ ਬੈਕ ਨਹੀਂ ਕਰ ਸਕਦੇ। ਤਾਂ ਉਹਦੇ ਅਕੋਰਡਿੰਗਲੀ ਡਰ ਤੋਂ ਬਿਨਾਂ ਇੱਕ ਪ੍ਰੋਪਰ ਫਰੇਮਵਰਕ ਬਣਾ ਕੇ ਫਿਰ ਅਗਰ ਕੈਂਸਰ ਦਾ ਇਲਾਜ ਸ਼ੁਰੂ ਕਰੋਗੇ ਤਾਂ ਆਊਟਕਮਸ ਆਰ ਮਚ ਬੈਟਰ। ਸਰ, ਕੈਂਸਰ ਦੇ ਪੇਸ਼ੈਂਟ ਨੂੰ ਜਦੋਂ ਪਤਾ ਲੱਗ ਗਿਆ ਕਿ ਉਹਨੂੰ ਕੈਂਸਰ ਹੋ ਚੁੱਕਾ ਹੈ ਤੇ ਐਲੋਪੈਥੀ ਦੇ ਟ੍ਰੀਟਮੈਂਟ ਦੇ ਵੱਲ ਇਨਸਾਨ ਪਹਿਲਾਂ ਜਾਂਦਾ ਹੈ, ਕੈਮੋਥੈਰੇਪੀ ਵੀ ਹੁੰਦੀ ਹੈ, ਰੇਡੀਏਸ਼ਨ ਦੇ ਥਰੂ ਵੀ ਇਲਾਜ ਹੁੰਦਾ, ਕਾਫੀ ਇੱਕ ਲੰਬਾ ਟ੍ਰੀਟਮੈਂਟ ਜਿਹੜਾ ਕਿ ਚੱਲਦਾ ਵਾ, ਲੇਕਿਨ ਆਪਾਂ ਕਹਿ ਸਕਦੇ ਹਾਰਸ਼ ਟ੍ਰੀਟਮੈਂਟ ਵੀ ਹੁੰਦਾ ਹੈ, ਲੇਕਿਨ ਫਿਰ ਵੀ ਦੇਖਿਆ ਜਾਂਦਾ ਕਿ ਕੈਂਸਰ ਜਿਹੜਾ ਮੁੜ ਕੇ ਵਾਪਸ ਆ ਜਾਂਦਾ ਹੈ। ਇੱਦਾਂ ਕਿਉਂ ਹੁੰਦਾ ਹੈ? ਬੇਸਿਕਲੀ ਕੀ ਹੈ ਕਿ ਕੈਂਸਰ ਦਾ ਇਲਾਜ ਅਸੀਂ ਜੋ ਸ਼ੁਰੂ ਕਰਦੇ ਹਾਂ ਤਾਂ ਉਹਦੇ 'ਚ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਕਿ ਅਸੀਂ ਉਹਦੇ ਰੂਟ ਕਾਜ਼ ਨੂੰ ਟ੍ਰੀਟ ਨਹੀਂ ਕਰ ਰਹੇ ਹਾਂ। ਅਗਰ ਅਸੀਂ ਕੀਮੋਥੈਰੇਪੀ ਦੀ ਜਾਂ ਸਰਜਰੀ ਦੀ ਜਾਂ ਰੇਡੀਏਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਕੀ ਹੁੰਦਾ ਕਿ ਸਰਜਰੀ ਕਰਕੇ ਅਸੀਂ ਟਿਊਮਰ ਦਾ ਉੱਪਰਲਾ ਪੋਰਸ਼ਨ ਰਿਮੂਵ ਕਰਤਾ, ਬਟ ਉਹਦੀਆਂ ਰੂਟਸ ਜਿਹੜੀਆਂ ਅੰਦਰ ਰਹਿ ਗਈਆਂ। ਅਗਰ ਇਹਦੀ ਮੈਂ ਬੈਸਟ ਐਗਜ਼ਾਮਪਲ ਦਵਾਂ ਕਿ ਜਿਸ ਤਰ੍ਹਾਂ ਇੱਕ ਪੇੜ ਅਗਰ ਸਾਡੇ ਘਰ ਦੇ ਬਾਹਰ ਲੱਗਿਆ, ਅਸੀਂ ਉਹਨੂੰ ਕੱਟਾਂਗੇ ਤਾਂ ਉਹਦੀਆਂ ਜੜ੍ਹਾਂ ਅਗਰ ਵਿੱਚ ਰਹਿ ਜਾਣਗੀਆਂ ਤਾਂ ਉਹ ਦੁਬਾਰਾ ਰੀਗਰੋ ਕਰ ਜਾਏਗਾ। ਸੇਮ ਹੈਪਨਸ ਵਿਦ ਦਾ ਕੈਂਸਰ। ਉਸ ਤੋਂ ਇਲਾਵਾ ਅੱਜਕੱਲ੍ਹ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਰਜਨ ਕਹਿੰਦੇ ਕਿ ਅਸੀਂ ਮਾਰਜਨਸ ਦੇ ਨਾਲ ਰਿਮੂਵ ਕਰ ਦਾਂਗੇ। ਅਗਰ 3 ਸੈਂਟੀਮੀਟਰ ਦਾ ਸਾਡਾ ਟਿਊਮਰ ਹੈ ਤਾਂ ਅਸੀਂ 1 ਸੈਂਟੀਮੀਟਰ ਇਸ ਸਾਈਡ ਤੋਂ 1 ਸੈਂਟੀਮੀਟਰ ਇਸ ਸਾਈਡ ਤੋਂ ਦੋਨਾਂ ਪਾਸੋਂ ਰਿਮੂਵ ਕਰਾਂਗੇ ਤਾਂ ਕਿ ਕੈਂਸਰ ਦੁਬਾਰਾ ਰੀਗਰੋ ਨਾ ਕਰੇ। ਬਟ ਚੈਲੰਜ ਇਸ ਕਿ ਕੈਂਸਰ ਨੂੰ ਨਿਊਟ੍ਰੀਸ਼ਨ ਕਿੱਥੋਂ ਮਿਲ ਰਹੀ ਹੈ। ਅਗਰ ਕੈਂਸਰ ਦੇ ਵਿੱਚ ਅਸੀਂ ਗੱਲ ਕਰੀਏ ਕਿ ਜਿਹੜੀਆਂ ਬਲੱਡ ਵੈਸਲਸ ਹੈ ਉਹ ਕਿੱਥੋਂ ਸਰਕੂਲੇਸ਼ਨ ਚੱਲ ਰਹੀ ਹੈ, ਸਾਡੇ ਬਲੱਡ ਦੇ ਵਿੱਚੋਂ, ਕਨੈਕਟਿਵ ਟਿਸ਼ੂ ਦੇ ਵਿੱਚੋਂ। ਤਾਂ ਉਹੀ ਜਿਹੜੇ ਸੈਲਸ ਹੈ ਆਲਰੇਡੀ ਸਰਕੂਲੇਟ ਕਰ ਰਹੇ ਹੁੰਦੇ ਨੇ, ਤਾਂ ਉਹਨਾਂ ਸੈਲਸ ਦੇ ਵਿੱਚੋਂ ਅਗਰ ਦੁਬਾਰਾ ਇੱਕ ਅੱਧਾ ਸੈੱਲ ਜਾਂ ਕੁਝ ਸੈੱਲ ਦੁਬਾਰਾ ਗਰੋਥ ਕਰਨੀ ਸ਼ੁਰੂ ਕਰ ਦੇਣ ਤਾਂ ਟਿਊਮਰ ਦੁਬਾਰਾ ਰੀਗਰੋ ਕਰ ਜਾਂਦਾ। ਇਹਦੀ ਬੈਸਟ ਐਗਜ਼ਾਮਪਲ ਅਸੀਂ ਦੇਖਦੇ ਹਾਂ ਕਿ ਬ੍ਰੇਨ ਟਿਊਮਰਸ ਦੇ ਵਿੱਚ ਗ੍ਰੇਡ 3 ਜਾਂ ਗ੍ਰੇਡ 4 ਦੇ ਜਿਹੜੇ ਬ੍ਰੇਨ ਟਿਊਮਰਸ ਹੁੰਦੇ ਨੇ ਉਹਦੇ 'ਚ ਕੀ ਹੁੰਦਾ ਕਿ ਕੈਂਸਰ ਕੁਝ ਹਫ਼ਤਿਆਂ ਬਾਅਦ ਜਾਂ ਕੁਝ ਮਹੀਨਿਆਂ ਬਾਅਦ ਦੁਬਾਰਾ ਗਰੋ ਕਰਨਾ ਸ਼ੁਰੂ ਕਰ ਦਿੰਦਾ। ਤਾਂ ਇਹ ਰੀਜ਼ਨ ਹੈ ਕਿ ਜਿਹੜਾ ਕੈਂਸਰ ਦਾ ਰੂਟ ਕਾਜ਼ ਨਾ ਟ੍ਰੀਟ ਹੋਣ ਕਰਕੇ ਕੈਂਸਰ ਦੁਬਾਰਾ ਗਰੋ ਕਰ ਜਾਂਦੇ ਨੇ ਟ੍ਰੀਟਮੈਂਟ ਤੋਂ ਬਾਅਦ। ਸਰ, ਇੰਨੇ ਮਤਲਬ ਸਾਈਡ ਇਫੈਕਟ ਦੇ ਬਾਵਜੂਦ ਵੀ ਲੋਕ ਜਿਹੜਾ ਫਿਰ ਐਲੋਪੈਥੀ ਦੇ ਵੱਲ ਹੀ ਕਿਉਂ ਜਾਂਦੇ ਨੇ? ਪਹਿਲਾ ਮੋਡ ਆਫ ਟ੍ਰੀਟਮੈਂਟ ਉਹ ਐਲੋਪੈਥੀ ਨੂੰ ਕਿਉਂ ਚੂਜ਼ ਕਰਦੇ ਨੇ? ਬੇਸਿਕਲੀ ਜੀ ਗੱਲ ਇਸ ਤਰ੍ਹਾਂ ਕਿ ਜਿਸ ਦਿਨ ਤੁਹਾਨੂੰ ਮੈਂ ਆਲਰੇਡੀ ਦੱਸਿਆ ਕਿ ਅਗਰ ਡਰ ਇੱਕ ਇੰਨੀ ਮਤਲਬ ਇੰਪੋਰਟੈਂਟ ਚੀਜ਼ ਹੈ, ਕਿਸੇ ਨੂੰ ਡਰ ਲੱਗਾ ਹੋਵੇ ਤਾਂ ਦ ਫਰਸਟ ਥਿੰਗ ਦੈਟ ਕਮਸ ਟੂ ਦਾ ਮਾਈਂਡ ਕਿ ਅਸੀਂ ਹਸਪੀਟਲ ਜਾ ਕੇ ਚੈੱਕ ਕਰਵਾਉਣਾ। ਔਰ ਹਸਪੀਟਲਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਦੇ ਜਸਟ ਮੇਕ ਇੰਪੇਸ਼ੈਂਟ ਡਿਸੀਜਨਸ ਕਿ ਆਪ ਤੁਸੀਂ ਹੁਣੇ ਟ੍ਰੀਟਮੈਂਟ ਸ਼ੁਰੂ ਕਰੋ, ਅੱਜ ਹੀ ਸਰਜਰੀ ਕਰਵਾਓ, ਕੱਲ ਕੀਮੋਥੈਰੇਪੀ ਸ਼ੁਰੂ ਕਰਾਂਗੇ। ਤਾਂ ਉਸ ਕੇਸ ਦੇ ਵਿੱਚ ਕਈ ਵਾਰੀ ਪੇਸ਼ੈਂਟ ਪੈਨਿਕ ਦੀ ਸਿਚੁਏਸ਼ਨ ਦੇ ਵਿੱਚ ਡਿਸੀਜਨ ਲੈ ਲੈਂਦਾ। ਤਾਂ ਮੇਰਾ ਇਹ ਓਪੀਨੀਅਨ ਹੈ ਕਿ ਅਗਰ ਕਿਸੇ ਨੂੰ ਕੈਂਸਰ ਹੋਇਆ ਤਾਂ ਯੂ ਸ਼ੁੱਡ ਆਲਵੇਜ਼ ਟੇਕ ਸੈਕਿੰਡ ਓਪੀਨੀਅਨ ਫਰੋਮ ਦਾ ਅਦਰ ਪੈਥੀਜ਼ ਆਲਸੋ। ਉਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਪਤਾ ਹੋਏਗਾ ਕਿ ਅਗਰ ਤੁਹਾਡਾ ਇਹ ਵਾਲਾ ਟ੍ਰੀਟਮੈਂਟ ਕੰਮ ਨਹੀਂ ਕਰੇਗਾ ਤਾਂ ਤੁਹਾਡੇ ਕੋਲ ਇਸ ਤੋਂ ਬਾਅਦ ਕੀ ਆਪਸ਼ਨ ਪੈਂਡਿੰਗ ਹੈ। ਉਸ ਕੇਸ ਦੇ ਵਿੱਚ ਅਗਰ ਅਸੀਂ ਟ੍ਰੀਟਮੈਂਟ ਪਲਾਨ ਕਰਕੇ ਬਹੁਤ ਅੱਛੇ ਤਰੀਕੇ ਨਾਲ ਸ਼ੁਰੂ ਕਰਦੇ ਹਾਂ ਤਾਂ ਸਾਡੇ ਲਈ ਅਗਲਾ ਵਾਲਾ ਜਿਹੜਾ ਸਫ਼ਰ ਹੈ ਉਹ ਟ੍ਰੀਟਮੈਂਟ ਦਾ ਈਜ਼ੀ ਆਊਟ ਹੋ ਜਾਂਦਾ ਹੈ। ਸਰ, ਤੁਸੀਂ ਹੋਰ ਪੈਥੀਜ਼ ਦੀ ਗੱਲ ਕੀਤੀ ਹੈ, ਜਿਵੇਂ ਮੈਂ ਗੱਲ ਕਰਾਂ ਆਪਾਂ ਹੋਮਿਓਪੈਥੀ ਦੀ ਗੱਲ ਕੀਤੀ ਜਾਵੇ ਤਾਂ ਹੋਮਿਓਪੈਥੀ ਦੇ ਵਿੱਚ ਕਿਹੜੇ ਆਪਸ਼ਨਸ ਅਵੇਲੇਬਲ ਨੇ ਕੈਂਸਰ ਨੂੰ ਟ੍ਰੀਟ ਕਰਨ ਦੇ? ਬੇਸਿਕਲੀ ਜੀ ਹੋਮਿਓਪੈਥੀ ਟ੍ਰੀਟਮੈਂਟ ਜਿਹੜਾ ਫਸਟ ਆਫ ਆਲ ਇਟ ਇਜ਼ ਦ ਸੇਫੈਸਟ ਐਂਡ ਦ ਮਾਈਲਡਰ ਟ੍ਰੀਟਮੈਂਟ ਵਿਚ ਵੀ ਕੈਨ ਗਿਵ ਟੂ ਐਨੀ ਕੈਂਸਰ ਪੇਸ਼ੈਂਟ। ਇਹਦੇ ਸਾਈਡ ਇਫੈਕਟਸ ਬਿਲਕੁਲ ਨਹੀਂ ਹੈਗੇ। ਔਰ ਸੈਕੰਡਲੀ ਅਸੀਂ ਗੱਲ ਕਰਦੇ ਹਾਂ ਕਿ ਅਗਰ ਕਿਸ ਸਟੇਜ ਦੇ ਪੇਸ਼ੈਂਟ ਨੂੰ, ਸਾਡੇ ਕੋਲ ਸਟੇਜ 1 2 3 4 ਐਡਵਾਂਸ ਪੇਸ਼ੈਂਟਸ ਤੋਂ ਲੈ ਕੇ ਇਨੀਸ਼ੀਅਲ ਸਟੇजेस ਤੱਕ ਸਾਰੇ ਪੇਸ਼ੈਂਟਸ ਦੇ ਲਈ ਟ੍ਰੀਟਮੈਂਟ ਅਵੇਲੇਬਲ ਹੁੰਦਾ। ਬਟ ਡਿਪੈਂਡ ਕਰਦਾ ਹੈ ਕਿ ਉਹ ਪੇਸ਼ੈਂਟ ਕਿਸ ਲੈਵਲ ਤੱਕ ਠੀਕ ਕੀਤਾ ਜਾ ਸਕਦਾ ਹੈ, ਉਹਦੇ ਕੀ ਅਸੀਂ ਟ੍ਰੀਟਮੈਂਟ ਮੋਡੈਲਿਟੀਜ਼ ਹੋਰ ਨਾਲ ਲੈ ਸਕਦੇ ਹਾਂ ਉਸ ਪੇਸ਼ੈਂਟ ਦੇ। ਜਿਸ ਤਰ੍ਹਾਂ ਕਈ ਵਾਰੀ ਹੁੰਦਾ ਕਿ ਪੇਸ਼ੈਂਟ ਨੇ ਸਰਜਰੀ ਕਰਵਾ ਲਈ ਬਟ ਉਹ ਕੀਮੋਥੈਰੇਪੀ ਨਹੀਂ ਕਰਵਾਉਣਾ ਚਾਹੁੰਦਾ। ਤਾਂ ਉਸ ਕੇਸ ਦੇ ਵਿੱਚ ਸਰਜਰੀ ਤੋਂ ਬਾਅਦ ਅਗਰ ਅਸੀਂ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ ਤਾਂ ਆਈ ਹੈਵ ਸੀਨ ਇਨ ਮਾਈ ਐਕਸਪੀਰੀਅੰਸ ਕਿ ਰੀਅਕਰੈਂਸ ਦੇ ਜਿਹੜੇ ਚਾਂਸਿਸ ਹੈ ਦੈਟ ਇਜ਼ ਵੈਰੀ ਮਿਨੀਮਲ, ਬਹੁਤ ਘੱਟ ਜਾਂਦੇ ਉਹ। ਤਾਂ ਡਿਪੈਂਡਿੰਗ ਅਪਨ ਦਾ ਸਟੇਜ ਸਾਡੇ ਕੋਲ ਹਰ ਸਟੇਜ ਦੇ ਵੀ ਟ੍ਰੀਟਮੈਂਟ ਆਪਸ਼ਨਸ ਹੈ। ਬਟ ਗੱਲ ਇਹ ਹੈ ਕਿ ਪੇਸ਼ੈਂਟ ਪਹਿਲਾਂ ਟ੍ਰੀਟਮੈਂਟ ਕੀ ਕਰਵਾ ਕੇ ਆਇਆ ਹੁੰਦਾ,
ਜਾਂ ਕਿਸ ਸਟੇਜ ਦੇ ਵਿੱਚ ਡਾਇਗਨੋਸ ਹੋਇਆ ਤਾਂ ਉਹਦੇ ਅਕੋਰਡਿੰਗ ਅਸੀਂ ਟ੍ਰੀਟਮੈਂਟ ਸ਼ੁਰੂ ਕਰ ਸਕਦੇ ਪੇਸ਼ੈਂਟ ਦਾ। ਸਰ ਕੈਮੋਥੈਰੇਪੀ ਦੀ ਗੱਲ ਕੀਤੀ ਜਾਵੇ ਤੇ ਇਮਿਊਨੋਥੈਰੇਪੀ ਦੀ ਗੱਲ ਕੀਤੀ ਜਾਵੇ, ਦੋਨਾਂ ਦੇ ਵਿੱਚ ਆਪਸ਼ਨਸ ਦੇ ਵਿੱਚ ਡਿਫਰੈਂਸ ਕੀ ਹੈ, ਦਰਸ਼ਕਾਂ ਨੂੰ ਉਹ ਵੀ ਜ਼ਰੂਰ ਦੱਸਣਾ ਚਾਹਾਂਗੇ। ਬੇਸਿਕਲੀ ਜੀ ਕੀਮੋਥੈਰੇਪੀ ਮੈਂ ਆਲਰੇਡੀ ਦੱਸਿਆ ਕਿ ਇੱਕ ਪੋਇਜ਼ਨਸ ਮੈਡੀਸਿਨਸ ਹੁੰਦੀਆਂ ਜਿਹੜੀਆਂ ਅਸੀਂ ਪੇਸ਼ੈਂਟ ਨੂੰ ਇੰਜੈਕਟ ਕਰ ਦਿੰਦੇ ਹਾਂ, ਜਿਹੜਾ ਐਲੋਪੈਥਿਕ ਟ੍ਰੀਟਮੈਂਟ ਦਾ ਇੱਕ ਪਾਰਟ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਨਾਟ ਓਨਲੀ ਦਾ ਕੈਂਸਰ ਸੈਲਸ ਬਟ ਜਿਹੜੇ ਬੋਡੀ ਦੇ ਨਾਰਮਲ ਸੈਲਸ ਹੈ ਉਹ ਵੀ ਡੈਮੇਜ ਹੋ ਜਾਂਦੇ ਆ। ਅਗਰ ਮੈਂ ਤੁਹਾਨੂੰ ਛੋਟੀ ਐਗਜ਼ਾਮਪਲ ਦੇਵਾਂ ਕਿ ਅਗਰ ਕਿਸੇ ਦੇ ਘਰ ਦੇ ਵਿੱਚ ਕਿਸੇ ਕੁਝ ਬੈਡ ਐਲੀਮੈਂਟਸ ਨੇ ਕਬਜ਼ਾ ਕੀਤਾ ਹੋਵੇ ਤਾਂ ਅਸੀਂ ਉਹਨੂੰ ਕਬਜ਼ੇ ਨੂੰ ਹਟਾਉਣਾ ਹੋਵੇ ਤਾਂ ਸਾਡੇ ਕੋਲ ਦੋ ਆਪਸ਼ਨਸ ਹੈ, ਜਾਂ ਤਾਂ ਅਸੀਂ ਉਸ ਘਰ ਦੇ ਉੱਪਰ ਇੱਕ ਬੰਬ ਬਲਾਸਟ ਕਰੀਏ ਤੇ ਸਾਰਾ ਤਬਾਹ ਕਰ ਦਈਏ, ਦੈਟ ਇਜ਼ ਕੀਮੋਥੈਰੇਪੀ। ਸੈਕਿੰਡ ਆਪਸ਼ਨਸ ਹੈ ਕਿ ਸਾਡੇ ਜਿਹੜੇ ਕੁਝ ਆਪਣੇ ਫੈਮਿਲੀ ਮੈਂਬਰਸ ਹੈ ਜਿਹੜੇ ਉਸ ਘਰ ਦੇ ਅੰਦਰ ਆਲਰੇਡੀ ਰਹਿ ਰਹੇ, ਅਸੀਂ ਉਹਨਾਂ ਨੂੰ ਕੁਝ ਹਥਿਆਰ ਦੇ ਦਈਏ, ਕੁਝ ਅਸਤਰ ਸ਼ਸਤਰ ਦੇ ਦਈਏ, ਕੁਝ ਪ੍ਰੋਟੈਕਸ਼ਨ ਦੇ ਦਈਏ ਜਿਹਦੇ ਨਾਲ ਉਹ ਉਹਨਾਂ ਨਾਲ ਫਾਈਟ ਕਰਕੇ ਉਹਨਾਂ ਨੂੰ ਉੱਥੋਂ ਬਾਹਰ ਕੱਢ ਦੇ। ਦੈਟ ਇਜ਼ ਇਮਿਊਨੋਥੈਰੇਪੀ। ਅਸੀਂ ਇਮਿਊਨੋਥੈਰੇਪੀ ਦੇ ਨਾਲ ਬੋਡੀ ਦੇ ਸੈਲਸ ਨੂੰ ਇਮਿਊਨਿਟੀ ਪ੍ਰੋਵਾਈਡ ਕਰਦੇ ਹਾਂ, ਪਲੱਸ ਉਹਨਾਂ ਨੂੰ ਸਟਰੈਂਥਨ ਕਰਦੇ ਹਾਂ ਤਾਂ ਕਿ ਉਹ ਕੈਂਸਰ ਸੈਲਸ ਦੇ ਨਾਲ ਫਾਈਟ ਕਰਨ। ਕੋਵਿਡ ਦੇ ਵਿੱਚ ਅਸੀਂ ਕੀ ਦੇਖਿਆ ਕਿ ਲੋਕਾਂ ਨੂੰ ਹੁਣ ਇਮਿਊਨਿਟੀ ਦੀ ਜਿਹੜੀ ਇੰਪੋਰਟੈਂਸ ਪਤਾ ਲੱਗੀ ਹੈ ਕਿ ਇਮਿਊਨਿਟੀ ਕੈਨ ਫਾਈਟ ਆਲ ਡਿਜ਼ੀਜ਼ਸ। ਦ ਸੇਮ ਥਿੰਗ ਹੈਪਨਸ ਇਨ ਕੈਂਸਰ ਆਲਸੋ ਕਿ ਅਗਰ ਅਸੀਂ ਬੋਡੀ ਦੇ ਆਪਣੇ ਇਮਿਊਨ ਸਿਸਟਮ ਦੇ ਜਿਹੜੇ ਸੈਲਸ ਆ ਉਹਨਾਂ ਨੂੰ ਸਟਰੈਂਥਨ ਕਰਾਂਗੇ, ਉਹਨਾਂ ਨੂੰ ਸੁਰੱਖਿਆ ਕਵਚ ਦੇਵਾਂਗੇ, ਤਾਂ ਉਸ ਕੇਸ ਦੇ ਵਿੱਚ ਬੋਡੀ ਦੇ ਆਪਣੇ ਸੈਲਸ ਫਾਈਟ ਕਰਦੇ ਕੈਂਸਰ ਨੂੰ, ਐਂਡ ਦੈਟ ਇਜ਼ ਅ ਟ੍ਰੀਟਮੈਂਟ ਵਿਚ ਹੈਜ਼ ਨੋ ਸਾਈਡ ਇਫੈਕਟਸ, ਪਲੱਸ ਚਾਂਸਿਸ ਆਫ ਰੀਅਕਰੈਂਸ ਔਰ ਰਿਲੈਪਸ ਆਰ ਆਲਮੋਸਟ ਨੈਗਲੀਜੀਬਲ। ਸਰ ਆਪਾਂ ਕਾਫੀ ਸਟੇजेस ਦੀ ਵੀ ਗੱਲ ਕੀਤੀ ਹੈ, ਟ੍ਰੀਟਮੈਂਟ ਦੀ ਗੱਲ ਕੀਤੀ ਹੈ। ਮੈਂ ਪੁੱਛਣਾ ਚਾਹੂੰਗੀ ਜੋ ਟਰਮੀਨਲ ਸਟੇਜ ਹੁੰਦੀ ਹੈ, ਸਟੇਜ 4 ਜਿੱਥੇ ਕਿ ਠੀਕ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ, ਤੇ ਉਹਦੇ ਵਿੱਚ ਫਿਰ ਕੀ ਕਰਨਾ ਚਾਹੀਦਾ ਹੈ, ਕੀ ਸੁਜੈਸਟ ਕਰੋਗੇ? ਬੇਸਿਕਲੀ ਜੀ ਟਰਮੀਨਲ ਸਟੇਜ ਅਸੀਂ ਉਸ ਪੇਸ਼ੈਂਟ ਦੀ ਸਟੇਜ ਕਹਿੰਦੇ ਹਾਂ ਕਿ ਜਿੱਥੇ ਸਾਡੇ ਕੋਲ ਪਤਾ ਹੈ ਕਿ ਟ੍ਰੀਟਮੈਂਟ ਦੀਆਂ ਕੋਈ ਆਪਸ਼ਨਸ ਨਹੀਂ ਹੈਗੀਆਂ, ਜਾਂ ਉਸ ਪੇਸ਼ੈਂਟ ਨੂੰ ਉਸ ਬਿਮਾਰੀ ਦੀ ਸਟੇਜ ਤੋਂ ਵਾਪਸ ਠੀਕ ਕਰਨ ਦੀ ਕੰਡੀਸ਼ਨ ਜਿਹੜੀ ਆਲਮੋਸਟ ਖਤਮ ਹੋ ਚੁੱਕੀ ਹੁੰਦੀ ਹੈ। ਤਾਂ ਉਸ ਕੇਸ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਪੈਲੀਏਟਿਵ ਕੇਅਰ। ਪੈਲੀਏਟਿਵ ਕੇਅਰ ਦਾ ਮਤਲਬ ਹੈ ਕਿ ਪੇਸ਼ੈਂਟ ਨੂੰ ਠੀਕ ਨਹੀਂ ਕੀਤਾ ਜਾ ਸਕਦਾ, ਬਟ ਉਸ ਦਾ ਜਿੰਨਾ ਟਾਈਮ ਲਾਈਫ ਸਪੈਨ ਹੈ ਉਹਨੂੰ ਅਸੀਂ ਕੁਆਲਿਟੀ ਆਫ ਲਾਈਫ ਪ੍ਰੋਵਾਈਡ ਕਰੀਏ, ਅੱਛੀ ਤਰ੍ਹਾਂ ਨਾਲ ਉਹ ਪੇਸ਼ੈਂਟ ਆਪਣਾ ਟਾਈਮ ਸਪੈਂਡ ਕਰ ਸਕੇ ਔਰ ਘੱਟੋ ਘੱਟ ਪੇਨ ਦੇ ਵਿੱਚ ਆਪਣੀ ਲਾਈਫ ਨੂੰ ਅੱਗੇ ਬਤੀਤ ਕਰ ਸਕੇ। ਤਾਂ ਉਹਦੇ ਵਿੱਚ ਆਈ ਵਿਲ ਸੁਜੈਸਟ ਕਿ ਇਮਿਊਨੋਥੈਰੇਪੀ ਇਜ਼ ਦਾ ਬੈਸਟ ਟ੍ਰੀਟਮੈਂਟ, ਬਿਕੋਜ਼ ਇਮਿਊਨੋਥੈਰੇਪੀ ਦੇ ਸਾਈਡ ਇਫੈਕਟਸ ਨਹੀਂ ਹੈ ਬਿਲਕੁਲ ਵੀ। ਅਗਰ ਅਸੀਂ ਕੀਮੋਥੈਰੇਪੀ ਦੀ ਗੱਲ ਕਰਦੇ ਹਾਂ ਤਾਂ ਸਾਈਡ ਇਫੈਕਟਸ ਬਹੁਤ ਹਾਰਸ਼ ਹੈ, ਤਾਂ ਉਸ ਕੇਸ ਦੇ ਵਿੱਚ ਪੇਸ਼ੈਂਟ ਬਿਮਾਰੀ ਤੋਂ ਘੱਟ ਪਰੇਸ਼ਾਨ ਹੁੰਦਾ ਹੈ ਤਾਂ ਕੀਮੋਥੈਰੇਪੀ ਦੇ ਸਾਈਡ ਇਫੈਕਟਸ ਤੋਂ ਜ਼ਿਆਦਾ ਪਰੇਸ਼ਾਨ ਹੋ ਕੇ ਉਹਦੀ ਕੰਪਲਿਕੇਸ਼ਨਸ ਆਉਣੀ ਸ਼ੁਰੂ ਹੋ ਜਾਂਦੀ ਹੈ। ਤਾਂ ਬੈਸਟ ਆਪਸ਼ਨ ਫॉर द ਪੈਲੀਏਟਿਵ ਕੇਅਰ ਪੇਸ਼ੈਂਟਸ, ਟਰਮੀਨਲ ਪੇਸ਼ੈਂਟਸ, ਆਈ ਵੁੱਡ ਸੁਜੈਸਟ ਕਿ ਇਮਿਊਨੋਥੈਰੇਪੀ ਜਾਂ ਹੋਮਿਓਪੈਥੀ ਮੈਡੀਸਿਨਸ ਅਸੀਂ ਅਗਰ ਪ੍ਰੋਵਾਈਡ ਕਰਦੇ ਹਾਂ ਤਾਂ ਪੇਸ਼ੈਂਟ ਦਾ ਜਿਹੜਾ ਕੁਆਲਿਟੀ ਆਫ ਲਾਈਫ ਇੰਪਰੂਵ ਹੁੰਦਾ ਹੈ, ਲਾਈਫ ਐਕਸਪੈਕਟੈਂਸੀ ਵੀ ਇੰਪਰੂਵ ਹੁੰਦੀ ਹੈ, ਪਲੱਸ ਪੇਸ਼ੈਂਟ ਅੱਛੇ ਤਰੀਕੇ ਨਾਲ ਆਪਣਾ ਜਿਹੜਾ ਰਹਿੰਦਾ ਹੋਇਆ ਟਾਈਮ ਸਪੈਂਡ ਕਰ ਸਕਦਾ ਹੈ। ਸਰ ਕੈਂਸਰ ਦੀ ਗੱਲ ਕੀਤੀ ਜਾਵੇ ਤਾਂ ਕੀ ਕੈਂਸਰ ਨੂੰ ਇੱਕ ਜੈਨੇਟਿਕਲ ਪ੍ਰੋਬਲਮ ਦੇਖਿਆ ਜਾ ਸਕਦਾ ਹੈ ਜੋ ਕਿ ਫੈਮਿਲੀਜ਼ ਦੇ ਵਿੱਚ ਰਨ ਹੁੰਦਾ ਹੈ, ਮਤਲਬ ਜੈਨੇਟਿਕਲੀ ਕੀ ਕਨੈਕਸ਼ਨ ਹੈ ਕੈਂਸਰ ਦਾ? ਜੈਨੇਟਿਕਸ ਬੇਸਿਕਲੀ ਜੀ ਕੈਂਸਰ ਦੀ ਨਾਟ ਆਲ ਕੈਂਸਰ ਬਟ ਕੁਝ ਕੈਂਸਰ ਜਿਹੜੇ ਹੈਗੇ ਉਹ ਫੈਮਿਲੀ ਟੂ ਫੈਮਿਲੀ ਰਨ ਕਰਦੇ ਆ। ਜਿਸ ਤਰ੍ਹਾਂ ਅਸੀਂ ਬ੍ਰੈਸਟ ਕੈਂਸਰ ਦੀ ਗੱਲ ਕਰੀਏ ਤਾਂ ਬ੍ਰੈਸਟ ਕੈਂਸਰ ਅਗਰ ਕਿਸੇ ਫੀਮੇਲ ਪੇਸ਼ੈਂਟ ਦੇ ਆਲਰੇਡੀ ਕਿਸੇ ਅਸੀਂ ਦੇਖਦੇ ਹਾਂ ਕਿ ਮਾਸੀ ਨੂੰ ਵੀ ਸੀ, ਉਹਦੇ ਮਦਰ ਨੂੰ ਵੀ ਸੀ, ਉਹਨਾਂ ਦੀ ਨਾਨੀ ਨੂੰ ਵੀ ਸੀ, ਤਾਂ ਦੈਟ ਰਨਸ ਫਰੋਮ ਫੈਮਿਲੀ ਟੂ ਫੈਮਿਲੀ। ਦ ਸੇਮ ਹੈਪਨਸ ਵਿਦ ਦ ਪ੍ਰੋਸਟੇਟ ਕੈਂਸਰ। ਮੇਲ ਪੁਰਸ਼ਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰੋਸਟੇਟ ਕੈਂਸਰ ਫਾਦਰ ਨੂੰ ਸੀ, ਬੇਟੇ ਨੂੰ ਹੋਇਆ, ਅੱਗੇ ਉਹਨਾਂ ਦੇ ਬੇਟੇ ਨੂੰ ਹੋ ਗਿਆ, ਜਾਂ ਉਹਨਾਂ ਦੇ ਚਾਚੇ ਤਾਇਆਂ ਦੇ ਵਿੱਚ, ਮਤਲਬ ਦੈਟ ਰਨਸ ਇਨ ਫੈਮਿਲੀਜ਼। ਬਟ ਸਾਰੇ ਕੈਂਸਰ ਜੈਨੇਟਿਕ ਨਹੀਂ ਹੁੰਦੇ, ਬਟ ਕਾਫੀ ਕੈਂਸਰ ਜਿਹੜੇ ਜੈਨੇਟਿਕ ਨੇ ਅਰਾਊਂਡ 20 to 30% ਆਰ ਜੈਨੇਟਿਕ, ਜਿਹੜੇ ਇੱਕ ਫੈਮਿਲੀ ਦੀ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਤੱਕ ਟ੍ਰਾਂਸਮਿਟ ਹੁੰਦੇ ਨੇ। ਤੇ ਇਹ ਕੁਝ ਡਿਫਰੈਂਸ ਹੁੰਦਾ ਹੈ ਕਿ ਜੈਨੇਟਿਕਲੀ ਜਿਹੜੇ ਜਾ ਰਹੇ ਨੇ, ਮੂਵ ਫਾਰਵਰਡ ਹੋ ਰਹੇ ਨੇ, ਉਹ ਟ੍ਰੀਟਮੈਂਟ ਦੇ ਵਿੱਚ ਕੁਝ ਡਿਫਰੈਂਸ? ਨਹੀਂ, ਟ੍ਰੀਟਮੈਂਟ ਬੇਸਿਕਲੀ ਮੋਡੈਲਿਟੀ ਸੇਮ ਰਹਿੰਦੀ ਹੈ, ਬਟ ਉਹਦੇ 'ਚ ਇਹ ਹੈ ਕਿ ਪੇਸ਼ੈਂਟ ਦਾ ਅਗਰ ਅਸੀਂ ਰਿਸਕ ਇਵੈਲੂਏਸ਼ਨ ਕਰ ਲੈਂਦੇ ਹਾਂ, ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਇਹਨਾਂ ਦੀ ਆਲਰੇਡੀ ਫੈਮਿਲੀ ਦੇ ਵਿੱਚ 3 ਤੋਂ 4 ਕੈਂਸਰ ਦੇ ਪੇਸ਼ੈਂਟ ਸੀ, ਤਾਂ ਉਸ ਪੇਸ਼ੈਂਟ ਦੀ ਅਗਰ ਟਾਈਮ ਸਕਰੀਨਿੰਗ ਅਸੀਂ ਕਰਦੇ ਰਹੀਏ ਤਾਂ ਉਹਨੂੰ ਬੜੀ ਜਲਦੀ ਪਕੜਿਆ ਜਾ ਸਕਦਾ ਹੈ ਤੇ ਜਲਦੀ ਟ੍ਰੀਟ ਕੀਤਾ ਜਾ ਸਕਦਾ ਹੈ। ਸਰ ਲਾਸਟਲੀ ਮੈਂ ਪੁੱਛਣਾ ਚਾਹੂੰਗੀ, ਜਿੱਦਾਂ ਕਹਿੰਦੇ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਇਹ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਕਿਸ ਤਰ੍ਹਾਂ ਬਚਿਆ ਜਾ ਸਕੇ? ਕੋਈ ਡਾਈਟ ਨੂੰ ਠੀਕ ਕੀਤਾ ਜਾ ਸਕਦਾ, ਲਾਈਫ ਸਟਾਈਲ ਨੂੰ ਠੀਕ ਕੀਤਾ ਜਾ ਸਕਦਾ? ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਡੈਫੀਨੇਟਲੀ ਜੀ, ਬਿਕੋਜ਼ ਰੀਜ਼ਨ ਕੀ ਹੈ ਕਿ ਫਸਟ ਕੁਐਸਚਨ ਦੈਟ ਕਮਸ ਟੂ ਅ ਮਾਈਂਡ ਆਫ ਅ ਪੇਸ਼ੈਂਟ ਕਿ ਮੈਨੂੰ ਕੈਂਸਰ ਕਿਉਂ ਹੋਇਆ। ਜੋ ਅਸੀਂ ਖਾ ਰਹੇ ਹਾਂ, ਜੋ ਅਸੀਂ ਪੀ ਰਹੇ ਹਾਂ, ਜੋ ਅਸੀਂ ਸੋਚ ਰਹੇ ਹਾਂ, ਬਿਕੋਜ਼ ਸਟ੍ਰੈਸ ਇਜ਼ ਦ ਫਸਟ ਲੀਡਿੰਗ ਕਾਜ਼ ਜਿਹਦੇ ਨਾਲ ਸਾਨੂੰ ਕੈਂਸਰ ਹੁੰਦਾ ਹੈ। ਨਾਟ ਓਨਲੀ ਮੈਂਟਲ ਸਟ੍ਰੈਸ ਬਟ ਫਿਜ਼ੀਕਲ ਸਟ੍ਰੈਸ ਆਲਸੋ। ਫਿਜ਼ੀਕਲ ਸਟ੍ਰੈਸ ਕਿਸ ਤਰ੍ਹਾਂ, ਅਗਰ ਸਪੋਜ਼ ਅਸੀਂ ਐਲਕੋਹਲ ਲੈ ਰਹੇ ਹਾਂ, ਅਸੀਂ ਸਮੋਕ ਕਰ ਰਹੇ ਹਾਂ, ਅਸੀਂ ਟੋਬੈਕੋ ਚੂ ਕਰ ਰਹੇ ਹਾਂ, ਤਾਂ ਦੇ ਆਰ ਆਲਸੋ ਕਾਜ਼ਿੰਗ ਸਟ੍ਰੈਸ ਟੂ ਯੂਰ ਬੋਡੀ। ਤਾਂ ਉਹਨਾਂ ਚੀਜ਼ਾਂ ਨਾਲ ਵੀ ਕੈਂਸਰ ਦੀ ਟੈਂਡੈਂਸੀ ਵੱਧ ਜਾਂਦੀ ਹੈ। ਪਲੱਸ ਮੈਂਟਲ ਸਟ੍ਰੈਸ ਤਾਂ ਹੈ ਹੀ ਹੈ, ਵਾਰ-ਵਾਰ ਅਸੀਂ ਅਗਰ ਬੋਡੀ ਨੂੰ ਇਰੀਟੇਸ਼ਨ ਦੇ ਰਹੇ ਹਾਂ, ਆਪਣੇ ਮਾਈਂਡ ਨੂੰ ਇਰੀਟੇਸ਼ਨ ਦੇ ਰਹੇ ਹਾਂ, ਉਹ ਵੀ ਕਾਜ਼ ਹੈ। ਸੈਕਿੰਡਲੀ ਜੋ ਅੱਜ ਕੱਲ੍ਹ ਸਾਡਾ ਜੰਕ ਫੂਡ ਹੋ ਗਿਆ, ਸਾਡਾ ਖਾਣਾ ਪੀਣਾ ਬੜਾ ਖਰਾਬ ਹੋ ਗਿਆ ਕਿ ਅਸੀਂ ਵੈਸਟਰਨਾਈਜ਼ ਤਾਂ ਹੋ ਗਏ, ਬਟ ਸਾਨੂੰ ਇਹ ਨਹੀਂ ਪਤਾ ਕਿ ਉਹਦੇ ਨਾਲ ਸਾਨੂੰ ਆਪਣੇ ਲਾਈਫ ਸਟਾਈਲ ਨੂੰ ਕੁਝ ਅੱਛੇ ਤਰੀਕੇ ਨਾਲ ਐਕਸਰਸਾਈਜ਼ ਜਾਂ ਵਰਕਆਊਟ ਵੀ ਕਰਨਾ ਪਏਗਾ। ਤਾਂ ਅਗਰ ਉਹ ਚੀਜ਼ਾਂ ਅਸੀਂ ਨਹੀਂ ਕਰਦੇ ਤਾਂ ਡੈਫੀਨੇਟਲੀ ਵੀ ਆਰ ਐਟ ਦ
ਆਈ ਵਿਲ ਸੇ ਸੁਸਾਈਡਲ ਟੈਂਡੈਂਸੀ ਹੋਏਗੀ ਕਿ ਅਗਰ ਅਸੀਂ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਦੇਖਾਂਗੇ ਤਾਂ ਕੈਂਸਰ ਦੀ ਜਿਹੜੀ ਕੰਡੀਸ਼ਨ ਹੈ ਹੋਰ ਭਿਆਨਕ ਰੂਪ ਦੇ ਵਿੱਚ ਪਾਰ ਆਏਗੀ। ਸਰ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਥੈਂਕ ਯੂ। ਸੋ ਅੱਜ ਦੇ ਸਿਹਤ ਸਲਾਹ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕੀਤੀ ਕੈਂਸਰ ਜੋ ਕਿ ਇੱਕ ਬੇਹੱਦ ਹੀ ਭਿਆਨਕ ਬਿਮਾਰੀ ਹੈ, ਲੇਕਿਨ ਇਸ ਤੋਂ ਡਰਨ ਦੀ ਜਿਵੇਂ ਡਾਕਟਰਸ ਨੇ ਦੱਸਿਆ ਕਿ ਜ਼ਰੂਰਤ ਨਹੀਂ ਹੈ। ਵੱਖ-ਵੱਖ ਸਟੇजेस ਦੇ ਉੱਤੇ ਵੱਖ-ਵੱਖ ਟ੍ਰੀਟਮੈਂਟ ਜਿਹੜੇ ਨੇ ਮੌਜੂਦ ਨੇ। ਸਾਇੰਸ ਨੇ ਇੰਨੀ ਜਿਹੜਾ ਕਿ ਤਰੱਕੀ ਕਰ ਲਈ ਐਡਵਾਂਸਮੈਂਟ ਦੇ ਨਾਲ ਇਸ ਦੇ ਇਲਾਜ ਜਿਹੜੇ ਨੇ ਪੋਸੀਬਲ ਨੇ। ਸੋ ਅੱਜ ਅਸੀਂ ਮੌਜੂਦ ਸੀਗੇ MS ਬਿੰਦਰਾ ਸੁਪਰ ਸਪੈਸ਼ਲਿਟੀ ਕੈਂਸਰ ਕੇਅਰ ਸੈਂਟਰ ਵਿਖੇ, ਕਲੀਨਿਕ ਵਿਖੇ, ਜਿੱਥੇ ਕਿ ਕੈਂਸਰ ਦਾ ਇਲਾਜ ਜਿਹੜਾ ਕਿ ਕੀਤਾ ਜਾਂਦਾ ਹੈ। ਤੇ ਜੇਕਰ ਤੁਸੀਂ ਵੀ ਜਾਂ ਤੁਹਾਡੇ ਨੋਨ ਦੇ ਵਿੱਚ ਕਿਸੇ ਨੂੰ ਇਸ ਬਿਮਾਰੀ ਦੇ ਨਾਲ ਪੀੜਿਤ ਨੇ, ਉਹ ਇੱਥੇ ਇਲਾਜ ਆਪਣਾ ਕਰਵਾ ਸਕਦੇ ਨੇ। ਮਾਡਲ ਟਾਊਨ ਵਿਖੇ ਇਹ ਕਲੀਨਿਕ ਜਿਹੜਾ ਹੈਗਾ ਮੌਜੂਦ ਹੈਗਾ, ਤੁਸੀਂ ਵੀ ਇੱਥੇ ਵਿਜ਼ਿਟ ਕਰ ਸਕਦੇ ਹੋ। ਅਗਲੀ ਵਾਰ ਫਿਰ ਤੋਂ ਮਿਲਾਂਗੇ, ਕੁਝ ਹੋਰ ਸਿਹਤ ਸਲਾਹ ਤੁਹਾਡੇ ਲਈ ਲੈ ਕੇ ਆਵਾਂਗੇ। ਤਦ ਤੱਕ ਲਈ ਬਨੇ ਰਹੋ 10 ਸਮਰ ਨਿਊਜ਼ ਦੇ ਨਾਲ।